ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਟੋਰਾਂਟੋ ਤੋਂ ਮੈਂ ਜਸਲੀਨ ਕਾਲਰਾ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਬੀਤੇ ਹਫਤੇ ਕੈਨੇਡਾ ਦੇ ਵਿੱਚ ਕੀ ਕੁਝ ਰਿਹਾ ਖਾਸ, ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਆਓ ਸ਼ੁਰੂ ਕਰਦੇ ਹਾਂ NRI ਵਰਲਡ ਦਾ ਅੱਜ ਦਾ ਐਪੀਸੋਡ। ਕੈਨੇਡਾ ਦੇ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਨੇ ਤੇ ਆਪਣੀ ਪੜ੍ਹਾਈ ਦੇ ਨਾਲ ਆਪਣੇ ਕੰਮਾਂ ਤੇ ਜੀ ਤੋੜ ਮਿਹਨਤ ਕਰਦੇ ਹਨ। ਅਜਿਹਾ ਹੀ ਇੱਕ ਕੇਸ ਹੈ ਬ੍ਰੈਂਪਟਨ ਦੇ ਵਿਦਿਆਰਥੀ ਜੋਬਨਦੀਪ ਸਿੰਘ ਸੰਧੂ ਦਾ, ਜਿਸ ਨੂੰ 2017 ਦੇ ਵਿੱਚ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਹਾਈਵੇ ਤੇ ਚੈਕਿੰਗ ਦੌਰਾਨ ਫੜਿਆ। ਉਦੋਂ ਇਹ ਸਾਹਮਣੇ ਆਇਆ ਸੀ ਕਿ ਜੋਬਨਦੀਪ ਸਿੰਘ ਸੰਧੂ ਆਪਣੇ ਨਿਰਧਾਰਿਤ ਸਮੇਂ ਤੋਂ ਵੱਧ ਘੰਟੇ ਕੰਮ ਕਰ ਰਿਹਾ ਹੈ ਤੇ ਇਸੇ ਮਾਮਲੇ ਨੂੰ ਵੇਖਦਿਆਂ ਅਧਿਕਾਰੀਆਂ ਵੱਲੋਂ ਹੁਣ ਫੈਸਲਾ ਲਿਆ ਗਿਆ ਹੈ ਕਿ ਜੋਬਨਦੀਪ ਸਿੰਘ ਸੰਧੂ ਨੂੰ 15 ਜੂਨ ਨੂੰ ਡਿਪੋਰਟ ਕੀਤਾ ਜਾਏਗਾ। ਇਸੇ ਫੈਸਲੇ ਦਾ ਵਿਰੋਧ ਕਰਦਿਆਂ ਜੋਬਨਦੀਪ ਸਿੰਘ ਸੰਧੂ ਨੇ ਇੱਕ ਪਟੀਸ਼ਨ ਫਾਈਲ ਕੀਤੀ ਹੈ ਅਤੇ ਇਹ ਪਟੀਸ਼ਨ ਬੀਤੇ ਦਿਨੀ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਅਹਿਮਦ ਹੁਸੈਨ ਦੇ ਕੌਂਸਟੀਟੂਐਂਸੀ ਦਫ਼ਤਰ ਦੇ ਵਿੱਚ ਕੀਤੀ ਗਈ। ਇੰਟਰਨੈਸ਼ਨਲ ਸਟੂਡੈਂਟ ਜੋਬਨਦੀਪ ਸਿੰਘ ਸੰਧੂ ਇਸ ਸਮੇਂ ਕੈਨੇਡਾ ਦੇ ਵਿੱਚ ਟਿਕੇ ਰਹਿਣ ਲਈ ਜਦੋਜਹਿਦ ਕਰ ਰਿਹਾ ਹੈ। ਜੋਬਨਦੀਪ ਸਿੰਘ ਸੰਧੂ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ 2017 ਦੇ ਵਿੱਚ ਹਾਈਵੇ ਉੱਤੇ ਚੈਕਿੰਗ ਦੌਰਾਨ ਫੜਿਆ ਸੀ ਤੇ ਉਦੋਂ ਇਹ ਸਾਹਮਣੇ ਆਇਆ ਕਿ ਉਹ ਇੰਟਰਨੈਸ਼ਨਲ ਸਟੂਡੈਂਟ ਹੋਣ ਦੇ ਬਾਵਜੂਦ ਆਪਣੇ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਘੰਟੇ ਕੰਮ ਕਰ ਰਿਹਾ ਹੈ। ਜੋਬਨਦੀਪ ਸਿੰਘ ਸੰਧੂ ਬ੍ਰੈਂਪਟਨ ਦੇ ਕਾਲਜ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਟੈਕਨੀਸ਼ੀਅਨ ਦਾ ਕੋਰਸ ਕਰ ਰਿਹਾ ਸੀ ਤੇ ਉਸ ਦਾ ਕੋਰਸ ਪੂਰਾ ਹੋਣ ਦੇ ਵਿੱਚ ਕੁਝ ਹੀ ਦਿਨ ਰਹਿ ਗਏ ਸਨ ਜਦੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। I came to Canada as an international student in 2015. As every international student, I have dreams to stay here and work here. But students are forced to pay college fees, which is the hardest thing for every student. To pay the education expenses, to make our dreams come true. Wait ਕਰਦੇ ਹਾਂ, ਜੇ ਕੁਝ ਨਾ ਬਣਿਆ ਤੇ ਹੋਰ ਵੀ ਵੀਰੇ ਹੋਣੀ ਆ ਸਾਰੇ ਜਣੇ ਨਾਲ ਨੇ, ਜਿੰਨੇ ਵੀ ਨੇ ਹੋਰ ਵੀ ਆਪਾਂ ਪਲਾਨ ਅਪ ਕਰੀ ਜਾਂਦੇ ਹਾਂ ਕਿ ਹੋਰ ਰੈਲੀਜ਼ ਜਾਂ ਕੁਝ ਵੀ ਕੀਤੀਆਂ ਜਾਣਗੀਆਂ। ਜਿੰਨਾ ਚਿਰ ਤੱਕ ਸਾਡੇ ਕੋਲੋਂ ਪ੍ਰੋਟੈਸਟ ਕੀਤਾ ਜਾਂਦਾ ਕਰਾਂਗੇ ਤੇ ਬਾਕੀ ਰੱਬ ਤੇ ਆਸਰਾ ਕੀ ਬਣਦਾ ਕੀ ਨਹੀਂ ਬਣਦਾ ਹੈ ਨਾ, ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰੀ ਜਾਂਦੇ ਹਾਂ ਵੀਰੇ। What do we want? Justice for Joban. When do we want it? Now. What do we want? Justice for Joban. ਵੱਡੀ ਗਿਣਤੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਅਤੇ ਉਹਨਾਂ ਦੇ ਕਈ ਪਰਿਵਾਰਕ ਮੈਂਬਰ ਇਮੀਗ੍ਰੇਸ਼ਨ ਮਿਨਿਸਟਰ ਅਹਿਮਦ ਹੁਸੈਨ ਦੇ ਕੌਂਸਟੀਟੂਐਂਸੀ ਦਫ਼ਤਰ ਦੇ ਬਾਹਰ ਬੀਤੇ ਦਿਨੀ ਇਕੱਠੇ ਹੋਏ ਤੇ ਅਪੀਲ ਕੀਤੀ ਕਿ ਜੋਬਨਦੀਪ ਸੰਧੂ ਨੂੰ ਡਿਪੋਰਟ ਹੋਣ ਤੋਂ ਰੋਕਿਆ ਜਾਵੇ ਅਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਕੰਮ ਕਰਨ ਦੇ ਘੰਟਿਆਂ ਦੀ ਲਿਮਿਟ ਨੂੰ ਖਤਮ ਕੀਤਾ ਜਾਵੇ। ਜੋਬਨਦੀਪ ਸਿੰਘ ਸੰਧੂ ਵੱਲੋਂ ਮਿਨਿਸਟਰ ਅਹਿਮਦ ਹੁਸੈਨ ਨੂੰ ਸਟਾਪ ਮਾਈਗ੍ਰੈਂਟ ਸਟੂਡੈਂਟ ਡੈਪੂਟੇਸ਼ਨ ਨਾਮ ਦੀ ਪਟੀਸ਼ਨ ਫਾਈਲ ਕੀਤੀ ਗਈ ਹੈ, ਜਿਸ ਨੂੰ ਹੁਣ ਤੱਕ 50,000 ਤੋਂ ਵੱਧ ਲੋਕਾਂ ਨੇ ਸਾਈਨ ਕੀਤਾ ਹੈ। We want it now. What do we want? Justice for Joban. ਜਿਹੜੇ ਆਪਣੇ ਕੈਨੇਡਾ ਦੇ ਵਿੱਚ ਇੰਡੀਆ ਤੋਂ ਜਾਂ ਪੰਜਾਬ ਤੋਂ ਜਾਂ ਹੋਰ ਬਾਹਰਲੀਆਂ ਸਟੇਟਾਂ ਤੋਂ ਨੈਸ਼ਨਲ ਸਟੂਡੈਂਟ ਆਉਂਦੇ ਹਨ, ਉਹਨਾਂ ਲਈ ਬਹੁਤ ਸਾਰੇ ਪੈਸੇ ਖਰਚ ਕਰਨੇ ਪੈਂਦੇ ਹਨ। ਦੂਸਰੇ ਵਿਦਿਆਰਥੀਆਂ ਦੇ ਨਾਲ ਉਹਨਾਂ ਨੂੰ ਜ਼ਿਆਦਾ ਪੈਸੇ ਲਾਉਣੇ ਪੈਂਦੇ ਹਨ ਫੀਸਾਂ ਦੇ ਉੱਤੇ, ਇਸ ਲਈ ਉਹਨਾਂ ਨੂੰ ਥੋੜ੍ਹਾ ਜ਼ਿਆਦਾ ਹਾਰਡ ਵਰਕ ਕਰਨਾ ਪੈਂਦਾ। ਇਸ ਕਰਕੇ ਅੱਜ ਅਸੀਂ ਜੋਬਨਦੀਪ ਸਿੰਘ ਦੇ ਜੋ ਉਹਦੀ ਜੌਬ ਤੋਂ ਜਾਂ ਉਹਦੇ ਬਾਰੇ ਐਕਸ਼ਨ ਲੈ ਰਹੀ ਆ ਗੌਰਮੈਂਟ, ਉਹਦੇ ਬਾਰੇ ਅਸੀਂ ਜਾਗਰਤ ਕਰਨ ਲਈ ਆਏ ਹਾਂ। ਸਾਰੇ ਲੋਕ ਜਿੰਨੇ ਵੀ ਇਹ ਸਟੂਡੈਂਟ ਹੈ ਉਹਨਾਂ ਨੂੰ ਵੱਧ ਕੰਮ ਕਰਨ ਲਈ ਟਾਈਮ ਦਿੱਤਾ ਜਾਵੇ। ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਜੀ ਜੋਬਨਦੀਪ ਨੂੰ ਸਪੋਰਟ ਕਰਨ ਨੂੰ। ਸੋ ਸਾਰੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਆਪਦੇ ਰਾਈਟਸ ਬਾਰੇ ਉਹਨਾਂ ਨੂੰ ਜਾਣੂ ਕਰਵਾਉਣ ਲਈ, ਉਹਨਾਂ ਨੂੰ ਪੂਰਾ ਹੱਕ ਦਿਵਾਉਣ ਲਈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜ੍ਹੇ ਹਾਂ। ਅਸੀਂ ਅੱਜ ਇੱਥੇ ਆਏ ਹਾਂ ਅਹਿਮਦ ਹੁਸੈਨ ਦੇ ਆਫਿਸ ਦੇ ਵਿੱਚ, ਪਟੀਸ਼ਨ ਸਾਈਨ ਕੀਤੇ ਆ 50,000 ਜੋਬਨ ਦੀ ਡੀਪੋਰਟੇਸ਼ਨ ਰੋਕਣ ਵਾਸਤੇ। ਜਸਟਿਸ ਚਾਹੀਦਾ ਸਾਨੂੰ, ਵੀ ਆਰ ਦਾ ਸਟੂਡੈਂਟਸ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਵੀ ਸੇਮ ਇਕੁਅਲ ਰਾਈਟਸ ਹੋਣ, ਉਤਰਦਿਆਂ ਸਾਰ ਸਾਨੂੰ ਵੀ ਪਰਮਾਨੈਂਟ ਰੈਸੀਡੈਂਸੀ ਦਿੱਤੀ ਜਾਵੇ। ਅਸੀਂ ਵੀ ਸਾਰੇ ਆਪਦੇ ਜਿੱਦਾਂ ਰਾਈਟਸ ਹੁੰਦੇ ਆ ਹਰੇਕ ਕੈਨੇਡੀਅਨ ਦੇ, ਹਰੇਕ ਬੰਦੇ ਦੇ, ਇੱਕ ਐਜ਼ ਅ ਹਿਊਮਨ ਬੀਇੰਗ ਸਾਨੂੰ ਵੀ ਆਪਦੇ ਰਾਈਟਸ ਚਾਹੀਦੇ ਆ। ਹਾਂਜੀ, ਅਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਪਟੀਸ਼ਨ ਡਿਲੀਵਰ ਕਰਨ ਨੂੰ, ਜਿਹਦੇ ਤੇ 50,000 ਸਿਗਨੇਚਰ ਇਕੱਠੇ ਹੋਏ ਨੇ ਸਿਰਫ ਇੱਕ ਹਫ਼ਤੇ ਦੇ ਵਿੱਚ, ਕਿਉਂਕਿ ਸਾਰਿਆਂ ਨੂੰ ਪਤਾ ਵੀ ਇਹ ਇਸ਼ੂ ਕਿੰਨਾ ਇੰਪੋਰਟੈਂਟ ਹੈ। ਨਾਲੇ ਅਸੀਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਹਿ ਰਹੇ ਹਾਂ ਵੀ ਜੋਬਨਦੀਪ ਦੀ ਡੀਪੋਰਟੇਸ਼ਨ ਰੋਕਣੀ ਚਾਹੀਦੀ ਹੈ, ਕਿਉਂਕਿ ਬਿਲਕੁਲ ਫੇਅਰ ਨਹੀਂ ਹੈਗਾ ਵੀ ਜਿਹੜੇ ਸਿਸਟਮ ਇਮੀਗ੍ਰੇਸ਼ਨ ਆਪਣਾ ਇੱਥੇ ਬਣਾਇਆ ਹੋਇਆ ਜਿਹਦੇ ਨਾਲ ਆਪਾਂ ਲਿਮਿਟਾਂ ਪਾਉਂਦੇ ਹਾਂ ਲੋਕਾਂ 'ਤੇ ਵੀ ਸਿਰਫ 20 ਘੰਟੇ ਕੰਮ ਕਰ ਸਕਣ, ਜਦੋਂ ਪਤਾ ਆ ਵੀ ਕਾਸਟ ਆਫ ਟਿਊਸ਼ਨ ਕਿੰਨੀ ਹਾਈ ਆ, ਨਾਲੇ ਲੋਕ ਇੱਥੇ ਕਿੰਨਾ ਸਟਰਗਲ ਕਰਨਾ ਪੈਂਦਾ ਉਹਨਾਂ ਨੂੰ ਇੱਥੇ
ਇੱਥੇ ਦੇ ਕਾਸਟ ਫਿਲ ਕਰਨ ਨੂੰ, ਨਾਲੇ ਆਪਣੇ ਫੈਮਲੀਜ਼ ਨੂੰ ਸਪੋਰਟ ਕਰਨ ਨੂੰ। ਸੋ ਅਸੀਂ ਕਹਿ ਰਹੇ ਹਾਂ ਵੀ ਇਹ ਕੋਈ ਵੀ ਲਿਮਿਟ ਨਹੀਂ ਹੋਣਾ ਚਾਹੀਦਾ, ਨਾਲੇ ਕਿਸੇ ਵੀ ਸਟੂਡੈਂਟ ਤੇ ਜਾਂ ਕਿਸੇ ਵੀ ਮਾਈਗ੍ਰੈਂਟ ਵਰਕਰ ਤੇ ਨਾਲ ਇਹ ਮਸਲਾ ਹੱਲ ਕਰਨ ਲਈ ਵੀ ਜਿਹੜੇ ਵੀ ਮਾਈਗ੍ਰੈਂਟ ਹੁੰਦੇ ਨੇ ਉਹਨਾਂ ਨੂੰ PR ਔਨ ਅਰਾਈਵਲ ਮਿਲਣਾ ਚਾਹੀਦਾ ਆ। ਸੋ ਅਗੇਨ ਅਸੀਂ ਇੱਥੇ ਅੱਜ ਜੋਬਨਦੀਪ ਦੀ ਸਪੋਰਟ ਲਈ ਆਏ ਹਾਂ, ਅਸੀਂ ਸਾਰੇ MPs ਨੂੰ ਕਹਿ ਰਹੇ ਹਾਂ ਵੀ ਜੋਬਨਦੀਪ ਦੀ ਡਿਪੋਰਟੇਸ਼ਨ ਰੋਕਣੀ ਚਾਹੀਦੀ ਆ। ਹਾਂਜੀ, ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਹਾਂ ਜੋਬਨ ਵਾਸਤੇ, ਜੋਬਨ ਦੀ ਸਪੋਰਟ ਵਾਸਤੇ, ਜੋ ਕਿ ਉਹਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਅਸੀਂ ਸਾਰੇ ਜਣੇ ਸਪੋਰਟ ਕਰਦੇ ਹਾਂ ਕਿ ਉਹਨੂੰ ਡਿਪੋਰਟ ਨਾ ਕੀਤਾ ਜਾਵੇ, ਤੇ ਇਹਦੇ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਸਪੋਰਟ ਕਰੋ। ਤੇ ਉਹਦੇ ਲਈ ਤੁਸੀਂ ਪਟੀਸ਼ਨ ਸਾਈਨ ਕਰ ਸਕਦੇ ਹੋ, ਤੇ ਉਹਦੇ ਲਈ ਹੈਸ਼ਟੈਗ ਹੈ ਜਸਟਿਸ ਫॉर ਦੀ ਜੋਬਨ, ਐਂਡ ਪਲੀਜ਼ ਦੱਬ ਕੇ ਸ਼ੇਅਰ ਕਰੋ, ਸਪੋਰਟ ਕਰੋ। ਤੇ ਹੋਰ ਅਸੀਂ ਰੈਲੀ ਵੀ ਕਰ ਰਹੇ ਹਾਂ 16 ਜੂਨ ਨੂੰ 2 ਵਜੇ ਬਰੈਂਪਟਨ ਗੇਟਵੇ ਟਰਮੀਨਲ ਕੋਰ, ਐਂਡ ਤੁਹਾਨੂੰ ਰਿਕੁਐਸਟ ਆ ਕਿ ਸਾਰੇ ਉੱਥੇ ਪਹੁੰਚੋ ਤੇ ਸਪੋਰਟ ਕਰੋ। And again, we have 50,000 people who have signed our petitions in support of Jobin and in support of all migrant students and all migrant workers. ਜ਼ਿਕਰਯੋਗ ਹੈ ਕਿ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਆਉਂਦੇ ਹਨ ਤੇ 2018 ਦੇ ਵਿੱਚ 3,57,230 ਨਵੇਂ ਸਟੱਡੀ ਪਰਮਿਟਸ ਇਸ਼ੂ ਕੀਤੇ ਗਏ ਸਨ। ਮੌਜੂਦਾ ਨਿਯਮਾਂ ਤਹਿਤ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਹਫ਼ਤੇ ਦੇ ਵਿੱਚ ਕੇਵਲ 20 ਘੰਟੇ ਕੰਮ ਕਰ ਸਕਦੇ ਹਨ। 40 ਘੰਟਿਆਂ ਦਾ ਫੁੱਲ ਟਾਈਮ ਕੰਮ ਉਹ ਕੇਵਲ ਛੁੱਟੀਆਂ ਦੇ ਵਿੱਚ ਹੀ ਕਰ ਸਕਦੇ ਨੇ। ਕਾਬਲੇ ਗੌਰ ਹੈ ਕਿ ਇਹ ਮਾਮਲਾ ਹਾਊਸ ਆਫ ਕਾਮਨਸ ਦੇ ਵਿੱਚ ਵੀ MP ਦਰਸ਼ਨ ਕੰਗ ਵੱਲੋਂ ਚੁੱਕਿਆ ਗਿਆ ਸੀ, ਜਿਸ ਦੇ ਜਵਾਬ ਵਿੱਚ ਮਿਨਿਸਟਰ ਹੁਸੈਨ ਨੇ ਕਿਹਾ ਸੀ ਕਿ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ ਪਹਿਲਾਂ ਹੀ ਤਬਦੀਲੀਆਂ ਕਰ ਚੁੱਕੀ ਹੈ। ਜੇਕਰ ਜੋਬਨਦੀਪ ਸਿੰਘ ਸੰਧੂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਨਹੀਂ ਮਿਲਦਾ ਤੇ ਉਸ ਨੂੰ 15 ਜੂਨ ਨੂੰ ਡਿਪੋਰਟ ਕੀਤਾ ਜਾਵੇਗਾ। ਕੈਨੇਡਾ ਦੀ ਸਭ ਤੋਂ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀਜ਼ ਵਿੱਚੋਂ ਇੱਕ ਟੈਲਸ ਦੇ ਵੋਲੰਟੀਅਰਸ ਨੇ ਬੀਤੇ ਦਿਨੀ ਮਿਸਿਸਾਗਾ ਦੀ ਸੇਵਾ ਫੂਡ ਬੈਂਕ ਲੋਕੇਸ਼ਨ ਤੇ ਜਾ ਕੇ ਸੇਵਾ ਕੀਤੀ। ਇਹ 14th ਐਨੂਅਲ ਟੈਲਸ ਡੇ ਆਫ ਗਿਵਿੰਗ ਹੈ, ਜਦ ਵੋਲੰਟੀਅਰਸ ਵੱਲੋਂ ਹਰ ਸਾਲ ਸੇਵਾ ਫੂਡ ਬੈਂਕ ਦੀ ਲੋਕੇਸ਼ਨਸ ਤੇ ਜਾ ਕੇ ਸੇਵਾ ਕੀਤੀ ਜਾਂਦੀ ਹੈ। ਐਸੇ ਸੰਬੰਧੀ ਪੇਸ਼ ਹੈ ਇੱਕ ਖਾਸ ਰਿਪੋਰਟ। ਕੈਨੇਡਾ ਦੀ ਸਭ ਤੋਂ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀਆਂ ਵਿੱਚੋਂ ਇੱਕ ਹੈ ਟੈਲਸ। ਟੈਲਸ ਦੀ ਟੀਮ ਨੇ ਵੋਲੰਟੀਅਰਸ ਵਜੋਂ ਬੀਤੇ ਦਿਨੀ ਸੇਵਾ ਫੂਡ ਬੈਂਕ ਦੇ ਵਿੱਚ ਸਮਾਂ ਬਿਤਾਇਆ ਅਤੇ ਗਰੀਬੀ ਅਤੇ ਭੁੱਖ ਨਾਲ ਜੂਝ ਰਹੇ ਸਥਾਨਕ ਪਰਿਵਾਰਾਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਮਿਸ਼ਨ ਲਈ ਸੇਵਾ ਫੂਡ ਬੈਂਕ ਟੀਮ ਦੇ ਕੰਮ ਵਿੱਚ ਮਦਦ ਕੀਤੀ। We believe it's important to give where we live. We believe that good business and doing good in our communities are mutually inclusive. So it's very important to us. It's in our corporate culture, it's in our corporate DNA, and we individually want to come together to support communities. Over 2,000 events during this 14th annual TELUS Days of Giving. For TELUS, it's very important. I actually just got an email from our CEO that the whole company got about celebrating our diversity and embracing inclusiveness. It's very important to us, as it is important right across Canada. And so this event brings us into a diverse community, the west end of the Greater Toronto area, and we're very happy to be here today. Being from TELUS, the culture of giving is very common out there, and in fact I've recently joined TELUS, and it's so overwhelming that the company provides us so much opportunity, and I cannot think of a better opportunity of a better volunteering opportunity than the Seva Food, where you actually play such an important role in providing the necessities to the people. And even the info that we got earlier was really overwhelming, and I really feel humbled to be a part of this opportunity. So at TELUS, we pride ourselves on giving back into the community. And personally, it's one of the reasons I joined TELUS. And I think it's very important for us to support local charities, especially ones that are at the grassroots. And I see that Seva is really helping people, helping the community, really giving back the dignity that people can come and shop and really help people make ends meet. ਸੇਵਾ ਫੂਡ ਬੈਂਕ ਦੀ ਐਗਜ਼ੀਕਿਊਟਿਵ ਡਾਇਰੈਕਟਰ ਰਾਸ਼ਿਦਾ ਕੁਰੈਸ਼ੀ ਨੇ ਕਿਹਾ, ਸੇਵਾ ਫੂਡ ਬੈਂਕ ਵੱਲੋਂ ਟੈਲਸ ਵੋਲੰਟੀਅਰਸ ਦਾ ਧੰਨਵਾਦ ਕਿ ਉਹਨਾਂ ਨੇ ਹਰ ਸਾਲ ਵਾਂਗ ਆਪਣੀ ਟੈਲਸ ਡੇਜ਼ ਆਫ ਗਿਵਿੰਗ ਕੈਂਪੇਨ ਤਹਿਤ ਸਖਤ ਮਿਹਨਤ ਕੀਤੀ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਇਸ ਸੰਗਠਨ ਦੀਆਂ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਬਾਰੇ ਸਭ ਨੂੰ ਪਤਾ ਲੱਗਦਾ ਹੈ। ਜਦੋਂ ਤੁਹਾਡੀ ਇੰਨੀ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਸੇਵਾ ਜਿਹੀਆਂ ਜਥੇਬੰਦੀਆਂ ਦੀ ਮਦਦ ਕਰਦੇ ਹਨ ਤੇ ਆਪਣੇ ਸਥਾਨਕ ਭਾਈਚਾਰਿਆਂ ਵਿੱਚ ਯੋਗਦਾਨ ਪਾਉਂਦੇ ਹਨ। We look forward to having TELUS here every year. You guys are amazing and you're always willing to do whatever it takes to help get the warehouse up and going.
It's pretty organized, but there's a lot of stuff that needs reorganizing and potentially moving, so would love to have your help on that. Today we're hosting the wonderful, generous people from TELUS. We look forward every year when TELUS brings their teams out and they help us in our warehouse. So Seva has 2 locations. One is near the airport in Malton. The other is on Wolfdale Road, just south of Square One. We are at the Wolfdale Road location here today, and the wonderful folks from TELUS here are helping us do everything from restock our shelves for our clients, to repackaging food, to packaging produce back there, and we wouldn't be able to do the work that we do without their help. So TELUS runs Corporate Days of Caring every year. The message to the community is, no matter who you are, I believe, no matter who you are or where you work, there is always an opportunity to come out of your homes and to be part and actually give back to your community. We are here, we are open. There are many other non-for-profits that do the same. At Seva, we like to say that we would not be who we are without the help and support of our community partners, of which TELUS is a key part. TELUS values is really about giving. So today is our TELUS Day of Giving Day, and we're here to join our team and help the community. This is something we do every year or multiple times a year to give back to the community. It's giving where we live is part of our cultural values. Today, part of our culture at TELUS is to really support the community, and we're out here just to make sure that we lend our hands and lend our time to make sure people have what they need. And this event is really big for all these people in order for us to make sure we're giving back, right? I mean, everybody needs to give back. It's part of our culture, part of who we are. You know, we are the most giving company, so we want to continue to do that, and it's really going to make sure that we all remember to be grateful for what we do have. So that's why we're here. ਕਾਬਲੇ-ਗੌਰ ਹੈ ਕਿ ਸਾਲ 2018 ਦੌਰਾਨ ਸਮੁੱਚੇ ਕੈਨੇਡਾ ਦੇ ਵਿੱਚ 36,000 ਟੈਲਸ ਵੋਲੰਟੀਅਰਸ ਟੈਲਸ ਡੇਜ਼ ਆਫ ਗਿਵਿੰਗ ਇਵੈਂਟਸ ਦੇ ਵਿੱਚ ਸ਼ਾਮਿਲ ਹੋਏ ਸਨ ਤੇ ਉਹਨਾਂ ਵੱਲੋਂ ਫੂਡ ਬੈਂਕਾਂ ਦੇ ਵਿੱਚ 78,000 ਪੌਂਡ ਖਾਣੇ ਦੀ ਛਾਂਟੀ ਕੀਤੀ ਗਈ ਸੀ। ਲੋੜਵੰਦ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਪਲਾਈ ਵਾਸਤੇ 13,500 ਬੈਕਪੈਕਸ ਭਰੇ ਗਏ ਸਨ ਤੇ ਲੋੜਵੰਦਾਂ ਨੂੰ ਖਾਣਾ ਦੇਣ ਲਈ 1,27,000 ਪੌਸ਼ਟਿਕ ਖਾਣੇ ਪਰੋਸੇ ਗਏ ਸਨ। ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ NRI ਵਰਲਡ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਬਰੈਂਪਟਨ ਦੇ ਵਿੱਚ 1 ਜੂਨ ਨੂੰ ਪੀਲ ਹੈਲਦੀ ਲਾਈਫਸਟਾਈਲ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦਾ ਮਕਸਦ ਹੈ ਹੈਲਥ, ਫਿਟਨੈਸ ਅਤੇ ਟੈਕਨੋਲੋਜੀ ਦਾ ਖਾਸ ਧਿਆਨ ਰੱਖਣਾ ਤੇ ਇਸੇ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਵਨ ਆਫ ਦ ਆਰਗੇਨਾਈਜ਼ਰ ਡਾਕਟਰ ਤਾਜ ਬੇਦੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਦੇ ਵਿੱਚ। ਤੁਹਾਡੇ ਤੋਂ ਜਾਣਨਾ ਚਾਹਾਂਗੇ ਵਾਟ ਦਿਸ ਇਵੈਂਟ ਇਜ਼ ਅਬਾਊਟ। ਇਸ ਇਵੈਂਟ ਹੈਗਾ ਪ੍ਰਮੋਸ਼ਨ ਸਿਹਤ ਦਾ ਤੇ ਫਿਟਨੈਸ ਦਾ, ਤਾਂ ਕਿ 1 ਜੂਨ ਨੂੰ ਹੈਗਾ ਕੈਨੇਡਾ ਦਾ ਨੈਸ਼ਨਲ ਹੈਲਥ ਐਂਡ ਫਿਟਨੈਸ ਡੇ। ਨਵੀਂ ਚੀਜ਼ ਚੱਲੀ ਕੈਨੇਡਾ 'ਚ। ਸੋ ਵਿਕਟੋਰੀਆ, ਹੈਲੀਫੈਕਸ, ਨਾਇਗਰਾ ਫਾਲਸ, ਨੌਰਥ ਪੋਲ ਤੱਕ ਸਾਰੇ ਹੁੰਦੇ ਪਏ ਆਰਗੇਨਾਈਜ਼ਡ ਜੇ ਪ੍ਰਮੋਸ਼ਨ ਆਫ ਹੈਲਥ ਐਂਡ ਫਿਟਨੈਸ। ਅਤੇ ਅਸੀਂ ਇਹ ਦੂਜਾ ਹੈਗਾ ਪਿਛਲੇ ਸਾਲ ਅਸੀਂ ਪਹਿਲਾ ਐਨੂਅਲ ਕੀਤਾ ਸੀਗਾ ਸਾਕਰ ਸੈਂਟਰ 'ਚ, ਅਤੇ ਇਹ ਸਾਲ ਅਸੀਂ ਕਰਨਾ 7935 ਕੈਨੇਡੀ ਸੜਕ 'ਚ ਬਰੈਂਪਟਨ ਦੇ ਟਰਨਰ ਫੈਂਟਨ ਹਾਈ ਸਕੂਲ 'ਚ ਆਡੀਟੋਰੀਅਮ ਅਤੇ ਕੈਫੇਟੇਰੀਆ 'ਚ। ਅਤੇ ਇਸ ਇਵੈਂਟ ਨੂੰ ਹੋਣਾ ਪ੍ਰਮੋਸ਼ਨ ਆਫ ਹੈਲਥ ਐਂਡ ਫਿਟਨੈਸ। ਡਾਕਟਰ ਹੋ ਗਏ ਉੱਥੇ, ਆਯੁਰਵੇਦਾ ਸਪੈਸ਼ਲਿਸਟ ਦੋਨੇ ਸਾਈਡ, ਨੈਚੁਰਲ ਮੈਡੀਸਨ, ਟ੍ਰੈਡੀਸ਼ਨਲ ਮੈਡੀਸਨ, ਅਤੇ ਯੋਗਾ ਹੋਗਾ, ਫਿਟਨੈਸ, ਸਪਲੀਮੈਂਟੇਸ਼ਨ, ਵਿਟਾਮਿਨ ਦੇ ਵੈਂਡਿੰਗ, ਟੈਕਨੋਲੋਜੀ ਵੀ ਹੋਣੀ ਇਹਨਾਂ 'ਚ, ਅਤੇ ਇਹ ਖਾਣਾ ਵੀ ਹੋਗਾ, ਸਪਲੀਮੈਂਟ, ਵਿਟਾਮਿਨ ਸਭ ਕੁਛ ਫ੍ਰੀ ਆ। ਇੱਕ ਪੈਸਾ ਨਹੀਂ ਦੇਣਾ ਕਿਸ ਨੇ, ਜਾਂ ਆਉਣ ਜਾਂ ਖਰਚਣ, ਸਾਰਾ ਕੁਛ ਫ੍ਰੀ ਆ। ਨਾਲੇ ਅਸੀਂ ਖਾਣਾ ਵੀ ਵੰਡੋਂਗੇ ਫਰੈਸ਼ਕੋ ਤੋਂ, ਜਿਹੜਾ ਗ੍ਰੋਸਰੀ ਸਟੋਰ ਆ। ਅਤੇ ਇਹ ਸ਼ੋਅ ਹੋਇਆ ਕੰਜੰਕਸ਼ਨ PCHS ਨਾਲ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼। ਅਤੇ ਮੇਨ ਮਕਸਦ ਕੀ ਹੈਗਾ ਇਸ ਇਵੈਂਟ ਦਾ? ਮੇਨ ਮਕਸਦ ਹੈਗਾ ਅਸੀਂ ਚਾਹੁੰਦੇ ਪ੍ਰਮੋਸ਼ਨ ਕਰਨ ਸਿਹਤ ਦਾ, ਤਾਂ ਕਿ ਬਰੈਂਪਟਨ ਸਾਡੇ ਆਂਟੇਰੀਓ 'ਚ ਨੰਬਰ 1 ਹੈਗਾ ਡਾਇਬੀਟੀਜ਼ 'ਚ ਅਤੇ ਹਾਰਟ ਡਿਜ਼ੀਜ਼ 'ਚ। ਅਤੇ ਇਸ ਚੀਜ਼ਾਂ ਆਪਾਂ ਚਾਹੁੰਦੇ ਨਹੀਂ ਕਿ ਅਸੀਂ ਚਾਹੁੰਦੇ ਕਿ ਬਰੈਂਪਟਨ ਨੰਬਰ 1 ਹੋਰ ਚੀਜ਼ਾਂ 'ਚ ਹੈ ਨਾ। ਅਤੇ ਅਸੀਂ ਹੁਣ ਸਾਡਾ ਫੋਕਸ ਅਤੇ ਸਾਡਾ ਅਸੀਂ ਚਾਹੁੰਦੇ ਕਿ ਬਰੈਂਪਟਨ ਨੰਬਰ 1 ਹੋਊਗਾ ਫਿਟਨੈਸ 'ਚ, ਸਿਹਤਾਂ 'ਚ।
ਕਿ ਲੋਕੀ ਫਿਰਦੇ ਪਏ ਤੁਰਦੇ ਪਏ ਚੰਗੀ ਸਿਹਤ ਨਾਲ, ਭੈੜੀ ਸਿਹਤ ਨਾਲ ਨਹੀਂ। ਅਤੇ ਹੁਣ ਹੋਰ ਲੋਕੀ ਵੀ ਚਾਹੁੰਦੇ ਪਤਾ ਕਰਨ ਵਰਜਿਸ਼ ਬਾਰੇ, ਖਾਣ ਪੀਣ ਦਾ ਬਾਰੇ, ਤਾਂ ਕਿ ਹੁਣ ਮੈਂ ਹੈਗਾ ਦਿਮਾਗ ਦਾ ਡਾਕਟਰ, ਸਾਈਕੋਲੋਜਿਸਟ, ਨਾਲੇ ਮੈਂ ਪਰਸਨਲ ਟ੍ਰੇਨਰ ਵੀ ਹੈਗਾ। ਅਤੇ ਨੰਬਰ 1 ਚੀਜ਼ ਲੋਕੀ ਮੈਂ ਦੱਸਦਾ ਕਿ ਜਿਹੜਾ ਜਿਮ ਹੁੰਦਾ ਉਹ ਤਾਂ ਹੁੰਦਾ ਸੌਖਾ ਪਾਰਟ, ਔਖਾ ਪਾਰਟ ਹੁੰਦਾ ਖਾਣ ਪੀਣ ਦਾ, ਕੀ ਖਾਣਾ ਕੀ ਨਹੀਂ ਖਾਣਾ, ਆਦਤਾਂ, ਨੀਂਦ 7-8 ਘੰਟੇ ਚਾਹੀਦੇ ਹੁੰਦੇ ਬੰਦੇ ਨੂੰ, ਤਾਂ ਕਿ ਜਿਹੜਾ ਬੰਦਾ ਹੁਣ 7 ਘੰਟੇ ਤੋਂ 6 ਘੰਟੇ ਤੋਂ ਘੱਟ ਸੌਂਦਾ ਜਾਂ 9 ਘੰਟੇ ਤੋਂ ਜ਼ਿਆਦਾ, ਇਹ ਭੈੜੀ ਚੀਜ਼ ਆ, ਮਾੜੀ ਚੀਜ਼ ਆ ਸਿਹਤ ਵਾਸਤੇ। ਸੋ ਕਈ ਚੀਜ਼ਾਂ ਹੋ ਗਏ ਅਤੇ ਲੈਕਚਰ ਹੋ ਗਏ, ਅਸੀਂ ਵੈਂਡਿੰਗ ਕਰੋਗੇ, ਵੈਂਡਿੰਗ ਟੇਬਲ ਹੋਗੇ, ਯੋਗਾ ਹੋਗਾ। ਸ਼ਾਰੂ ਪੂਰੀ ਆੜੀ ਉਹ ਹੈਗੀ ਮਾਡਰਨ ਯੋਗੀ, ਉਹ ਸਿਖਾਉਂਦੀ ਯੋਗਾ ਇੱਥੇ ਬਰੈਂਪਟਨ 'ਚ। ਪਿਛਲੇ ਸਾਲ ਮੈਂ ਯੋਗਾ ਸਿਖਾਇਆ, ਇਸ ਸਾਲ ਉਹਨੇ ਸਿਖਾਉਣਾ। ਤੇ ਡਾਕਟਰ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਐਂਡ ਦੇ ਵਿੱਚ ਤੁਸੀਂ ਲੋਕਾਂ ਨੂੰ ਕੋਈ ਹੈਲਦੀ ਟਿਪਸ ਦੇਣਾ ਚਾਹੋਗੇ? ਹਾਂਜੀ, ਹੈਲਥੀ ਟਿਪ ਆ, ਕੁਛ ਕਰੋ। ਜੇ ਤੁਸੀਂ ਬੈਠੇ ਸੋਫੇ 'ਤੇ ਉੱਠੋ ਅਤੇ ਜਿਮ ਜਾਓ ਜਾਂ ਬਾਹਰ ਸੈਰ ਕਰੋ, ਦੌੜੋ। ਅਤੇ ਡਾਕਟਰ ਨੂੰ ਹਮੇਸ਼ਾ ਪੁੱਛਣਾ ਪੈਂਦਾ ਕਿ ਮੇਰੇ ਲਿਮਿਟੇਸ਼ਨਸ ਨੇ, ਕੀ ਮੈਂ ਕਰ ਸਕਦਾ, ਕੀ ਮੈਂ ਨਹੀਂ ਕਰ ਸਕਦਾ। ਅਤੇ ਖਾਣ ਪੀਣ ਦਾ ਬਹੁਤ ਖਿਆਲ ਕਰੋ ਅਤੇ ਰੈਗੂਲਰ ਡਾਕਟਰ ਵਿਜ਼ਿਟਸ ਕਰੋ ਅਤੇ ਬਸ ਖੁਸ਼ ਰਹੋ। ਇਹ ਤਾਂ ਬਹੁਤ ਵੱਡੀ ਚੀਜ਼ ਹੈ, ਜਿਹੜਾ ਬੰਦਾ ਖੁਸ਼ ਰਹਿੰਦਾ ਆਪਣੇ ਸਿਹਤ 'ਤੇ ਵੀ ਕਾਫੀ ਅਸਰ ਹੁੰਦਾ। ਔਰ ਅਖੀਰ ਦੇ ਵਿੱਚ ਇੱਕ ਵਾਰੀ ਫਿਰ ਤੋਂ ਦੱਸਣਾ ਚਾਹੋਗੇ ਇਵੈਂਟ ਕਦੋਂ ਤੇ ਕਿੱਥੇ ਹੋ ਰਿਹਾ ਹੈ? ਹਾਂਜੀ ਜ਼ਰੂਰ, ਇਸ ਇਵੈਂਟ ਹੋਣਾ ਇਸ ਸ਼ਨੀਚਰਵਾਰ 1 ਜੂਨ ਨੂੰ ਇੱਥੇ 7935 ਕੈਨੇਡੀ ਸੜਕ, ਕੋਰਨਰ ਆਫ ਸਟੀਲਸ, ਅਤੇ ਇਹ ਹੁਣ ਟਰਨਰ ਫੈਂਟਨ 'ਚ, ਅਤੇ ਇਵੈਂਟ ਇਜ਼ ਕੰਪਲੀਟਲੀ ਫ੍ਰੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਅਸੀਂ ਵੀ ਇਹ ਉਮੀਦ ਕਰਾਂਗੇ ਕਿ ਵੱਧ ਤੋਂ ਵੱਧ ਲੋਕੀ ਆਪਣੀ ਸਿਹਤ ਨੂੰ ਧਿਆਨ 'ਚ ਰੱਖ ਕੇ ਇਸ ਇਵੈਂਟ ਦਾ ਹਿੱਸਾ ਜ਼ਰੂਰ ਬਣਨਗੇ। ਸਿੱਖ ਮੋਟਰਸਾਈਕਲ ਕਲੱਬ ਆਫ ontario ਦੇ ਮੈਂਬਰਸ ਵੱਲੋਂ ਰਾਈਡ ਅਗੇਂਸਟ ਡਾਇਬੀਟੀਜ਼ ਆਯੋਜਿਤ ਕੀਤੀ ਗਈ। ਇਹ ਰਾਈਡ ontario ਖਾਲਸਾ ਦਰਬਾਰ ਤੋਂ ਸ਼ੁਰੂ ਹੋਈ ਅਤੇ ਮਿਸਿਸਾਗਾ ਦੇ ਡਨਵਿਨ ਗੁਰੂ ਘਰ ਤੇ ਰੈਕਸਟੇਲ ਸਿੱਖ ਸਪਿਰਿਚੁਅਲ ਸੈਂਟਰ ਹੁੰਦੀ ਹੋਈ ontario ਖਾਲਸਾ ਦਰਬਾਰ ਦੇ ਵਿੱਚ ਹੀ ਸਮਾਪਤ ਕੀਤੀ ਗਈ। ਇਸ ਰਾਈਡ ਰਾਹੀਂ ontario ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਸ ਨੇ ਡਾਇਬੀਟੀਜ਼ ਕੈਨੇਡਾ ਲਈ $15,000 ਇਕੱਤਰ ਕੀਤੇ। ontario ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਸ ਵੱਲੋਂ ਰਾਈਡ ਅਗੇਂਸਟ ਡਾਇਬੀਟੀਜ਼ ਆਯੋਜਿਤ ਕੀਤੀ ਗਈ ਅਤੇ ਇਸ ਰਾਈਡ ਰਾਹੀਂ ਡਾਇਬੀਟੀਜ਼ ਕੈਨੇਡਾ ਲਈ $15,000 ਇਕੱਤਰ ਕੀਤੇ ਗਏ। ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇਹ ਰਾਈਡ ontario ਖਾਲਸਾ ਦਰਬਾਰ ਤੋਂ ਸ਼ੁਰੂ ਕੀਤੀ ਗਈ। ਇਟਸ ਅ ਚੈਰਿਟੀ ਇਵੈਂਟ ਤੇ ਹਰ ਸਾਲ ਕਰਦੇ ਤੇ ਬਹੁਤ ਵਧੀਆ ਇਵੈਂਟ ਹੈ। ਕਾਫੀ ਵੱਡਾ ਇਕੱਠ ਸੀਗਾ ਅੱਜ, ਡਿਫਰੈਂਟ ਮੋਟਰਸਾਈਕਲ ਡਰਾਈਵਰਸ ਵੀ ਸੀਗੇ। ਸੋ ਸਾਰਿਆਂ ਨੂੰ ਪਤਾ ਕਿ ਇਸ ਸਾਲ ਸਾਨੂੰ ਸਰਦਾਰਾਂ ਨੂੰ ਫ੍ਰੀ ਰਾਈਟਸ ਮਿਲੀਆਂ ਸੀਗੀਆਂ, ਹੈਲਮਟ ਐਗਜ਼ੈਂਪਸ਼ਨ ਮਿਲੀ ਸੀਗੀ ਟੂ ਰਾਈਡ ਵਿਦ ਦ ਮੋਟਰਸਾਈਕਲ। ਸੋ ਇਟਸ ਰੀਅਲੀ ਗੁੱਡ ਜੇ ਤੁਸੀਂ ਗਾਂ ਤੋਂ ਤੁਸੀਂ ਇਸ ਇੰਪੋਰਟੈਂਟ ਇਸ਼ੂ ਨੂੰ ਸਪੋਰਟ ਕਰਨਾ, ਡੈਫੀਨਿਟਲੀ ਸਿੱਖ ਮੋਟਰਸਾਈਕਲ ਕਲੱਬ ਨੂੰ ਕੰਟੈਕਟ ਕਰਿਓ। ਇਸ ਉਪਰਾਲੇ ਦੇ ਨਾਲ ਸਾਡੀ ਕੈਨੇਡੀਅਨ ਵਿੱਚ ਤਾਂ ਦਿੱਖ ਬਣਦੀ ਹੈ, ਲੇਕਿਨ ਜੇ ਦੁਨੀਆ ਦੀ ਪਾਪੂਲੇਸ਼ਨ ਵੀ ਲਾਈਏ ਤਾਂ ਓਵਰ 50% ਹੋ ਗਈ ਆ ਕਿ ਜਿਹੜੀ ਡਾਇਬੀਟੀਜ਼ 1 ਐਂਡ 2 ਦੇ ਨਾਲ ਸਫਰ ਕਰ ਰਹੀ ਆ। ਸੋ ਸਾਡੇ ਕਲੱਬ ਦੇ ਹਰੇਕ ਅੰਗ ਨੇ ਇਸ ਦੇ ਵਿੱਚ ਸ਼ਮੂਲੀਅਤ ਪਾਈ ਆ। ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਅਤੇ ਹੋਰ ਜਿੰਨੇ ਵੀ ਸਾਡੇ ਰਾਈਡਰ ਨੇ, ਇਹਨਾਂ ਨੇ ਪਿਛਲੇ ਕੁਛ ਇੱਕ ਸਾਲਾਂ ਤੋਂ ਮਨੁੱਖਤਾ ਦੇ ਲਈ, ਚਾਹੇ ਉਹ ਕੈਂਸਰ ਰਿਸਰਚ ਹੋਵੇ ਅਤੇ ਚਾਹੇ ਵੀਲਚੇਅਰ ਬਾਸਕਟਬਾਲ ਹੋਵੇ, ਇਹੋ ਜਿਹੇ ਜਿਹੜੇ ਵੀ ਕੋਈ ਮਨੁੱਖਤਾ ਦੀ ਭਲਾਈ ਦੇ ਕੰਮ ਆਏ ਨੇ, ਸਾਡਾ ਕਲੱਬ ਹਮੇਸ਼ਾ ਅੱਗੇ ਹੋ ਕੇ ਚੱਲਿਆ ਹੈ। ਸੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਮਨੁੱਖਤਾ ਦੇ ਭਲੇ ਦੇ, ਬਾਬੇ ਨਾਨਕ ਵਾਲੀ ਗੱਲ, ਸਰਬੱਤ ਦਾ ਭਲਾ ਦੇ ਕੰਮ ਕਰਦੇ ਰਹਾਂਗੇ। ਸੋ ਅੱਜ ਦੀ ਇਹ ਰਾਈਡ ਬਹੁਤ ਜ਼ਿਆਦਾ ਵਧੀਆ ਹੈ। ਸੋ ਗੁਰੂ ਚੜ੍ਹਦੀ ਕਲਾ ਰੱਖੇ, ਸਾਰੇ ਰਾਈਡਰ ਇੱਦਾਂ ਹੀ ਡਿਕਸੀ ਗੁਰਦੁਆਰੇ ਪਹੁੰਚਣ। This is the second annual diabetes ਕੈਨੇਡਾ ਵਾਸਤੇ ਅੱਜ ਦੀ ਫੰਡ ਰੇਜ਼ ਰਾਈਡ ਰੱਖੀ ਗਈ। ਅੱਜ ਡਿਕਸੀ ontario ਖਾਲਸਾ ਦਰਬਾਰ ਤੋਂ ਇਹ ਰਾਈਡ ਸ਼ੁਰੂ ਹੋਈ ਔਰ ਸਮੁੱਚੇ ਭਾਈਚਾਰੇ ਨੇ ਔਰ ਸਮੁੱਚੇ ਕਲੱਬ ਨੇ ਆਪਣਾ ਇਹਦੇ 'ਚ ਯੋਗਦਾਨ ਪਾਇਆ। ਇੱਕ ਫੈਮਿਲੀ ਇਵੈਂਟ ਸੀ, ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਲੈ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਜੋ ਅੱਜ ਦਾ ਅਮਾਊਂਟ ਹੈ, ਅਸੀਂ ਰਾਈਡ ਦੇ ਅੱਧ ਦੇ ਪੜਾਅ ਵਿੱਚ ਪਹੁੰਚ ਚੁੱਕੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਰਾਈਡ ਹੈ ਅੱਜ ਸ਼ਾਮ ਨੂੰ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਫਿਨਿਸ਼ ਹੋਏਗੀ ਔਰ ਉੱਥੇ ਜਿਹੜੀ ਫਾਈਨਲ ਚੈੱਕ ਦੀ ਪ੍ਰੈਜੈਂਟੇਸ਼ਨ ਹੈ ਉਹ ਡਾਇਬੀਟੀਜ਼ ਕੈਨੇਡਾ ਸੰਸਥਾ ਨੂੰ ਦਿੱਤੀ ਜਾਏਗੀ। ਸੋ ਆਓ ਅਸੀਂ ਸਾਰੇ ਹੰਭਲਾ ਮਾਰੀਏ ਅਤੇ rideforcause.ca ਤੇ ਜਾ ਕੇ ਅਸੀਂ ਡੋਨੇਟ ਕਰੀਏ।
ਇਸ ਰਾਈਡ ਰਾਹੀਂ 40 ਦੇ ਕਰੀਬ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ ਅਤੇ ਹਰ ਮੈਂਬਰ ਨੇ ਆਪਣੇ ਵੱਲੋਂ $200 ਪਾ ਕੇ $15,000 ਇਕੱਤਰ ਕੀਤੇ। ਇਸ ਮੌਕੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਰਾਈਡ ਦੇ ਗੁਰੂ ਘਰਾਂ ਵਿੱਚ ਪਹੁੰਚਣ ਉੱਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਇਸ ਸਵਾਗਤ ਲਈ ਸਿੱਖ ਮੋਟਰਸਾਈਕਲ ਕਲੱਬ ਨੇ ਕਮੇਟੀਆਂ ਦਾ ਧੰਨਵਾਦ ਕੀਤਾ। ਜਰਨੈਲ ਵਾਂਗ ਗੱਲਾਂ ਕਰਦੇ ਨੇ ਤਾਂ ਮਨ ਬਹੁਤ ਖੁਸ਼ ਹੁੰਦਾ। ਮੈਨੂੰ ਵੀ ਗਿਆਨੀ ਉਹਨਾਂ ਦੀ ਉਸ ਪ੍ਰਦਾਨ ਦੇ ਨਾਲ ਇੱਕ ਗੱਲ ਯਾਦ ਆ ਗਈ। 2018 ਤੋਂ ਹੁਣ ਤੱਕ ਇਹ ਪਹਿਲੀ ਰਾਈਡ ਹੈਗੀ ਆ ਜਿਹਦੇ ਵਿੱਚ ਦਸਤਾਰਧਾਰੀ ਸਿੱਖ ਜਿਹੜੇ ਆ ਉਹ ਆਪਣੀਆਂ ਦਸਤਾਰਾਂ ਸਜਾ ਕੇ ਅੰਟੈਰੀਓ ਦੀਆਂ ਸੜਕਾਂ ਦੇ ਉੱਤੇ ਮੋਟਰਸਾਈਕਲ ਰਾਈਡ ਕਰ ਰਹੇ ਆ। ਪਿਛਲੇ ਸਾਲ ਇਲੈਕਸ਼ਨਾਂ ਤੋਂ ਪਹਿਲਾਂ 26 ਮਈ 2018 ਨੂੰ ਅਸੀਂ ਇਸੇ ਤਰ੍ਹਾਂ ਦੀ ਇੱਕ ਰਾਈਡ ਹੋਰ ਕੀਤੀ ਸੀ, ਰਾਈਡ ਅਗੇਂਸਟ ਡਾਇਬਟੀਜ਼, ਅਤੇ ਜਿਹਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਨੇ ਭਾਈਚਾਰੇ ਦੇ ਸਹਿਯੋਗ ਦੇ ਨਾਲ ਤਕਰੀਬਨ $35,000 ਜਿਹੜਾ ਉਹ ਜਨਰੇਟ ਕੀਤਾ ਸੀ ਅਤੇ ਡਾਇਬਟੀਜ਼ ਕੈਨੇਡਾ ਨੂੰ ਡੋਨੇਟ ਕਰ ਦਿੱਤਾ ਗਿਆ ਸੀ। ਉਸੇ ਸਾਲ ਹੀ ਇਸੇ ਤਰ੍ਹਾਂ ਇਹ ਐਲਾਨ ਕੀਤਾ ਗਿਆ ਸੀ ਕਿ 26 ਮਈ 2019 ਨੂੰ ਵੀ ਦੁਬਾਰਾ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਰਾਈਡ ਅਰੇਂਜ ਕੀਤੀ ਜਾਵੇਗੀ। ਸੋ ਅੱਜ ਗੁਰੂ ਮਹਾਰਾਜ ਸਾਡੇ ਵੱਲ ਹੈ, ਹੈਲਮਟ ਐਗਜ਼ੈਂਪਸ਼ਨ ਹੋ ਚੁੱਕੀ ਆ। ਅੱਜ ਦਿਨ ਵੀ ਬਹੁਤ ਵਧੀਆ ਲੱਗਿਆ ਹੋਇਆ। ਸਿੱਖ ਮੋਟਰਸਾਈਕਲ ਰਾਈਡਰ ਜਿਹੜੇ ਆ ਉਹਨਾਂ ਨੇ ਡੈਕਸੀ ਗੁਰਦੁਆਰਾ ਸਾਹਿਬ ਤੋਂ ਰਾਈਡ ਅਗੇਂਸਟ ਡਾਇਬਟੀਜ਼ ਦੀ ਰਾਈਡ ਸ਼ੁਰੂ ਕੀਤੀ ਸੀ। ਡੈਕਸੀ ਗੁਰਦੁਆਰਾ ਸਾਹਿਬ ਤੋਂ ਡਨਵਿਨ ਡਰਾਈਵ ਅਤੇ ਹੁਣ ਅਸੀਂ ਰੈਕਸਡੇਲ ਗੁਰਦੁਆਰਾ ਸਾਹਿਬ ਪਹੁੰਚੇ ਹਾਂ। ਇਸੇ ਤਰ੍ਹਾਂ ਭਾਈਚਾਰੇ ਦਾ ਅਤੇ ਸੰਗਤਾਂ ਦਾ ਸਹਿਯੋਗ ਬਣਿਆ ਰਹੂਗਾ। ਜਿੰਨੀ ਵੀ ਮਾਇਆ ਜਿਹੜੀ ਆ ਇਕੱਤਰ ਕੀਤੀ ਜਾਊਗੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤਾਂ ਦੇ ਨਾਲ ਸਾਂਝ ਪਾਈ ਜਾਊਗੀ ਅਤੇ ਦੱਸ ਦਿੱਤਾ ਜਾਊਗਾ ਕਿ ਕਿੰਨੇ ਪੈਸੇ ਜਿਹੜੇ ਆ ਜਨਰੇਟ ਕੀਤੇ ਗਏ ਨੇ। Thanks to the Sikh Motorcycle Club for putting on a ride for Diabetes Canada. This is our second ride this 2019, and all I can say is please donate as much as you can for it's a good cause. Diabetes is a bad thing. I'm a diabetic myself. After years of trying to figure out how to beat it, how to treat it, I finally have it under control. So this is a good cause. So as much as you can, please donate. I just want to thank Sikh Motorcycle Club for raising funds for Diabetes Canada. Diabetes Canada is epic in the South Asian community, and with this ride we're going to help several kids get the help that they need. So thank you to Sikh Motorcycle Club for doing a wonderful event with us and choosing us as a charity of choice. ਕਾਬਲੇ ਗੌਰ ਹੈ ਕਿ ਰਾਈਡ ਅਗੇਂਸਟ ਡਾਇਬਟੀਜ਼ ਮਿਸਿਸਾਗਾ ਦੇ ਡਨਵਿਨ ਗੁਰੂ ਘਰ ਅਤੇ ਰੈਕਸਡੇਲ ਦੇ ਸਿੱਖ ਸਪਿਰਿਚੁਅਲ ਸੈਂਟਰ ਹੁੰਦੀ ਹੋਈ ਵਾਪਸ ਓਨਟਾਰੀਓ ਖਾਲਸਾ ਦਰਬਾਰ ਸਾਹਿਬ ਵਿਖੇ ਸਮਾਪਤ ਕੀਤੀ ਗਈ। ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਵੇਗੀ। ਜੇ ਤੁਸੀਂ ਵੀ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤੇ ਲਿਖ ਕੇ ਭੇਜੋ feedback@pdcnetwork.com ਤੇ। ਅਗਲੇ ਹਫਤੇ ਅਸੀਂ ਕੈਨੇਡਾ ਪੜ੍ਹਦੀਆਂ ਕੁਝ ਹੋਰ ਖਾਸ ਸਰਗਰਮੀਆਂ ਦੇ ਨਾਲ ਮੁੜ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।